ਸੋਹਣੇ ਕਾਦਰ ਦੀ ਸੋਹਣੀ ਕੁਦਰਤ, ਘਟ ਘਟ ਸੋਹਣੇ ਦਾ ਹੈ ਵਾਸ। ਸਭ ਕੁਝ ਉਸ ਦੇ ਹੁਕਮ 'ਚ ਚੱਲੇ, ਵਿੱਚ ਹੁਕਮੇ ਜਿਮੀ ਆਕਾਸ। ਇਸ ਪੰਜ ਤੱਤਾਂ ਦੇ ਵਸਤਰ ਥੱਲੇ ਵੀ ਉਸ ਦਾ ਹੀ ਪ੍ਰਕਾਸ਼। ਸੋਹਣੇ ਵਸਤਰ ਵਾਂਗੂ ਸੁਥਰੀ ਰੱਖੀਏ, ਹੈ ਸ਼ਬਦ ਅਮੁੱਲੀ ਰਾਸ। ਮਨਸੂਰ ਮੁਕਤ ਅਖੀਰ ਉਹੀ ਹੋਇਆ, ਜਿਸ ਕੋਲ ਸ਼ਬਦ ਦਾ ਸੱਚਾ ਲਿਬਾਸ, ਜਿਸ ਕੋਲ ਸੁਥਰਾ ਸ਼ਬਦ ਲਿਬਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ, ਉਹ ਹੈ ਸੋਹਣੇ ਵਸਤਰ। ਲਿਬਾਸ ਭਾਵ ਪਹਿਨਣ ਵਾਲੇ ਵਸਤਰ, ਅਤੇ ਇਹਨਾਂ ਲਿਬਾਸਾਂ ਦਾ ਸੰਬੰਧ ਹਰ ਇੱਕ ਇਨਸਾਨ ਨਾਲ ਸਾਹਾਂ ਵਾਂਗੂ ਗਹਿਰਾ ਹੈ, ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ। ਜਿਸ ਤਰ੍ਹਾਂ ਇਨਸਾਨ ਦਾ ਸਾਹ ਬਿਨਾਂ ਜੀਣਾ ਮੁਸ਼ਕਿਲ ਹੈ, ਇਸੇ ਹੀ ਤਰ੍ਹਾਂ ਸਰੀਰ ਦਾ ਵੀ ਲਿਬਾਸ ਤੋਂ ਬਿਨਾਂ ਰਹਿਣਾ ਨਾਮੁਮਕਿਨ ਤਾਂ ਨਹੀਂ, ਪਰ ਬਹੁਤ ਕਠਿਨ ਹੈ, ਕਿਉਂਕਿ ਇਹੀ ਲਿਬਾਸ ਇਨਸਾਨ ਨੂੰ ਕਈ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਂਦਾ ਹੈ। ਸਰੀਰ ਨੂੰ ਢੱਕਣ ਦੀ ਜ਼ਰੂਰਤ ਦੇ ਨਾਲ ਨਾਲ ਬਾਹਰੀ ਪਰਸਨੈਲਿਟੀ ਵੀ ਵਧਾਉਂਦਾ ਹੈ। ਅਜੋਕੇ ਦੌਰ ਵਿੱਚ ਸੋਹਣੇ ਸੁੰਦਰ ਲਿਬਾਸ, ਦਿਲ ਖਿੱਚਵੇਂ ਵਸਤਰ ਜੋ ਸਾਡੀ ਸਰੀਰਕ ਦਿੱਖ ਨੂੰ ਅਟਰੈਕਟਿਵ ਬਣਾਉਂਦੇ ਹੋਣ, ਇਹਨਾਂ ਨੂੰ ਪਹਿਨਣ ਦਾ ਕੌਣ ਸ਼ੌਕੀਨ ਨਹੀਂ ਹੁੰਦਾ। ਸਾਡੀ ਸਾਰਿਆਂ ਦੀ ਰੀਝ ਹੁੰਦੀ ਹੈ ਵਧੀਆ ਤੋਂ ਵਧੀਆ ਕੱਪੜੇ ਪਹਿਨਣ ਦੀ। ਅਸੀਂ ਕਈ ਵਾਰ ਆਪਣੀ ਹੈਸੀਅਤ ਤੋਂ ਵੀ ਉੱਪਰ ਉੱਠ ਕੇ ਚੰਗਾ ਪਹਿਨਣਾ ਪਸੰਦ ਕਰਦੇ ਹਾਂ। ਸਾਡੇ ਵਿੱਚੋਂ ਕਈਆਂ ਦੀ ਤਲਬ ਤਾਂ ਇੱਥੋਂ ਤੱਕ ਹੁੰਦੀ ਹੈ ਕਿ ਜ਼ਰੂਰਤ ਦੀਆਂ ਲੋੜਾਂ ਨੂੰ ਟਾਲ ਕੇ ਵੀ ਚੰਗੇ ਲਿਬਾਸਾਂ ਨੂੰ ਪਹਿਲ ਦੇ ਤੌਰ ਤੇ ਰੱਖ ਲੈਂਦੇ। ਜੇ ਅਸੀਂ ਬਾਹਰੀ ਲਿਬਾਸ ਦੀ, ਬਾਹਰੀ ਪੁਸ਼ਾਕ ਦੀ ਇੰਨੀ ਅਹਿਮੀਅਤ ਰੱਖਦੇ ਹਾਂ, ਤਾਂ ਫਿਰ ਬੋਲਾਂ ਦਾ ਲਿਬਾਸ ਵੀ ਹੈ, ਜਿਸ ਦੀ ਅਹਿਮੀਅਤ ਸਾਡੀ ਅੰਦਰੂਨੀ ਪਰਸਨੈਲਿਟੀ ਤੋਂ ਹੈ, ਯਾਨੀ ਸਾਡੀ ਸ਼ਖਸੀਅਤ ਤੋਂ ਹੈ। ਜਿਵੇਂ ਬਾਹਰੀ ਲਿਬਾਸ ਵੰਨ ਸਵੰਨੇ ਰੰਗਾਂ ਵਿੱਚ ਆਉਂਦੇ ਨੇ, ਕੁਝ ਰੰਗ ਮਿੱਠੇ, ਕੁਝ ਅੱਖਾਂ ਨੂੰ ਚੁਭਵੇਂ, ਕੁਝ ਸੁਖਾਵੇਂ ਤੇ ਕੁਝ ਖਿੜੇ ਖਿੜੇ ਅਤੇ ਆਦਿ। ਇਸੇ ਹੀ ਤਰ੍ਹਾਂ ਲਫ਼ਜ਼ਾਂ ਨੂੰ ਜੋ ਲਿਬਾਸ ਅਸੀਂ ਪਾਉਂਦੇ ਹਾਂ, ਉਹਨਾਂ ਦੇ ਵੀ ਰੰਗ ਨੇ। ਜਿਵੇਂ ਕੁਝ ਬੋਲ ਮਿੱਠੇ, ਕੁਝ ਬੋਲ ਕੌੜੇ, ਕੁਝ ਬੋਲ ਸੁਖਾਵੇਂ, ਕੁਝ ਹਾਸਿਆਂ ਭਰੇ ਤੇ ਕੁਝ ਬੋਲ ਖਿੜੇ ਖਿੜੇ ਸਰੂਰ ਭਰੇ ਹੁੰਦੇ ਹਨ। ਜਿਸ ਤਰ੍ਹਾਂ ਪੁਸ਼ਾਕਾਂ ਦੀ ਚੋਣ ਕਰਨ ਲੱਗਿਆਂ ਅਸੀਂ ਚੰਗੇ ਰੰਗ, ਚੰਗੀ ਕੁਆਲਿਟੀ ਚੂਜ਼ ਕਰਦੇ ਹਾਂ ਜੋ ਸਾਡੇ ਸਰੀਰ ਲਈ ਸੁਖਾਵੇਂ ਹੋਣ ਤੇ ਦੇਖਣ ਵਿੱਚ ਸਾਡੀ ਦਿੱਖ ਨੂੰ ਨਿਖਾਰਨ, ਇਸੇ ਹੀ ਤਰ੍ਹਾਂ ਸਾਡੇ ਲਫ਼ਜ਼ ਸਾਡੇ ਅੰਦਰੋਂ ਇੱਕ ਲਿਬਾਸ ਪਹਿਨ ਕੇ ਬਾਹਰ ਆਉਂਦੇ ਨੇ। ਲੇਕਿਨ ਇਸ ਲਿਬਾਸ ਪ੍ਰਤੀ ਅਸੀਂ ਜਾਗਰੂਕ ਨਹੀਂ ਹੁੰਦੇ ਤੇ ਨਾ ਕਦੀ ਇਸ ਦੀ ਚੋਣ ਵੱਲ ਧਿਆਨ ਦਿੰਦੇ ਹਾਂ, ਨਾ ਹੀ ਪਰਖਦੇ ਹਾਂ ਕਿ ਸਾਡੇ ਬੋਲਾਂ ਨੂੰ ਕਿਹੋ ਜਿਹਾ ਲਿਬਾਸ ਪਿਆ ਹੈ। ਜੋ ਲਿਬਾਸ ਪਹਿਨ ਕੇ ਸਾਡੇ ਲਫ਼ਜ਼ ਬਾਹਰ ਆਉਂਦੇ ਨੇ, ਉਹੀ ਸਾਡੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੇ ਨੇ ਕਿ ਅਸੀਂ ਕਿਸ ਪੜਾਅ 'ਤੇ ਹਾਂ, ਕਿਹੋ ਜਿਹੇ ਸ਼ਖਸ ਹਾਂ, ਸਾਡੀ ਪਰਸਨੈਲਿਟੀ ਕੀ ਹੈ। ਹੁਣ ਜੇਕਰ ਕੋਈ ਅਸਲ ਗੁਣਾਂ ਤਹਿਤ ਜੀਵਨ ਬਸਰ ਕਰਦਾ ਹੈ, ਉਸ ਅੰਦਰੋਂ ਜੋ ਲਫ਼ਜ਼ਾਂ ਨੂੰ ਲਿਬਾਸ ਪੈ ਕੇ ਆਵੇਗਾ, ਉਹ ਵੀ ਗੁਣੀ ਹੋਵੇਗਾ। ਸੱਚ ਨੂੰ ਅਮਲ ਵਿੱਚ ਰੱਖਣ ਵਾਲਾ ਲਫ਼ਜ਼ਾਂ ਨੂੰ ਸੱਚ ਦੇ ਸੱਚੇ ਵਿੱਚ ਰੱਖ ਕੇ ਹੀ ਬਾਹਰ ਕੱਢੇਗਾ, ਤੇ ਇਹ ਸੱਚੇ ਸੁਥਰੇ ਲਫ਼ਜ਼ਾਂ ਦਾ ਲਿਬਾਸ ਉਸ ਦੀ ਸ਼ਖਸੀਅਤ ਨੂੰ ਠੋਸ ਅਤੇ ਇਨਸਾਨੀਅਤ ਦੇ ਰੁਤਬੇ 'ਚ ਰੱਖੇਗਾ। ਦਇਆ ਦੀ ਭਾਵਨਾ ਵਿੱਚ ਰਹਿਣ ਵਾਲੇ ਦੇ ਬੋਲ ਵੀ ਹਲੀਮੀ ਦੇ ਲਿਬਾਸ 'ਚ ਲਿਪਟੇ ਹੋਏ ਆਉਣਗੇ। ਜੋ ਵੱਡਿਆਂ ਦੀ ਕਦਰ ਇੱਜ਼ਤ ਕਰਦਾ ਹੋਵੇਗਾ, ਉਸ ਦੇ ਬੋਲਾਂ ਵਿੱਚ ਸਤਿਕਾਰ ਭਾਵਨਾ ਦਾ ਲਿਬਾਸ ਨਜ਼ਰ ਆਵੇਗਾ। ਪਿਤਾ ਪ੍ਰੇਮ 'ਚ ਰਹਿਣ ਵਾਲਿਆਂ ਦੇ ਬੋਲ ਪ੍ਰੇਮ ਭਰੇ ਹੋਣਗੇ, ਕਿਉਂਕਿ ਜੋ ਪਿਤਾ ਪਰਮਾਤਮਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਸਤਿਪੁਰਖ ਦੇ ਪ੍ਰੇਮ ਵਿੱਚ ਗੁੜਚ ਹੋਏਗਾ, ਉਸ ਦੀ ਬੋਲੀ ਸ਼ੈਲੀ ਵਿੱਚੋਂ ਸਿਫਤੀ ਪ੍ਰੇਮ ਦਾ ਲਿਬਾਸ ਦਿਸੇਗਾ। ਉਹ ਗੱਲ ਗੱਲ ਤੇ ਪਰਮਾਤਮਾ ਦਾ ਸ਼ੁਕਰਾਨਾ ਤੇ ਉਸ ਦੀ ਯਾਦ 'ਚ ਸਿਫਤ ਭਰੇ ਬੋਲ ਬੋਲੇਗਾ। ਤੇ ਸਭ ਤੋਂ ਅਹਿਮ ਪੱਖ ਲਫ਼ਜ਼ਾਂ ਦੇ ਲਿਬਾਸ ਦਾ ਉਹਨਾਂ ਵਿੱਚੋਂ ਮਿਲੇਗਾ ਜੋ ਪਿਤਾ ਦੇ ਪਿਆਰੇ ਬੌਧਿਕ ਤਲ ਤੋਂ ਜਾਗੇ ਹੋਏ ਪਹੁੰਚੇ ਹੋਏ ਅਧਿਆਤਮਕ ਪੁਰਖ ਨੇ। ਜੋ ਕੋਈ ਵੀ ਬੋਲ, ਲਫ਼ਜ਼, ਸ਼ਬਦ ਇਸਤੇਮਾਲ ਕਰਨਗੇ, ਉਸ ਵਿੱਚ ਗਹਿਰੀ ਸੂਝ ਰਮਜ ਦਾ ਲਿਬਾਸ ਪਿਆ ਹੋਇਆ ਪ੍ਰਤੀਤ ਹੋਏਗਾ। ਜਿਵੇਂ ਸਾਡੀ ਆਮ ਜੀਵਾਂ ਦੀ ਬੋਲਬਾਣੀ ਆਮ ਲਫ਼ਜ਼ੀ ਲਿਬਾਸ ਦੀ ਹੁੰਦੀ ਹੈ, ਪਰ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਤੱਕ ਪਹੁੰਚੀਆਂ ਹਸਤੀਆਂ, ਜਿਵੇਂ ਜਿਨ੍ਹਾਂ ਗੁਰੂ ਗੁਰਬਾਣੀ ਰਚਨ ਕੀਤੀ, ਉਹ ਹਰ ਕਥਨ ਵਿੱਚ ਸੂਝ ਪਰੋ ਗਏ। ਸੋ ਜਿਵੇਂ ਅਸੀਂ ਬਾਹਰੀ ਲਿਬਾਸ ਦੀ ਚੋਣ ਲਈ ਸਤਰਕ ਹੁੰਦੇ ਹਾਂ ਕਿ ਲਿਬਾਸ ਸੋਹਣਾ ਹੋਵੇ, ਸੁਖਾਵਾਂ ਹੋਵੇ, ਆਰਾਮਦਾਇਕ ਹੋਵੇ, ਮੌਸਮਾਂ ਮੁਤਾਬਕ ਗਰਮ ਸਰਦ ਹੋਵੇ, ਇਸੇ ਹੀ ਤਰ੍ਹਾਂ ਸਾਨੂੰ ਅੰਦਰੂਨੀ ਲਫ਼ਜ਼ਾਂ ਦੇ ਲਿਬਾਸ ਵੱਲ ਵੀ ਜਾਗਰੂਕ ਹੋਣਾ ਚਾਹੀਦਾ। ਸੋ ਆਪਣੇ ਲਫ਼ਜ਼ਾਂ, ਸ਼ਬਦਾਂ, ਬੋਲਾਂ ਦੇ ਵਸਤਰ ਪ੍ਰਤੀ ਜਾਗਰੂਕ ਹੋਈਏ। ਇਹੋ ਹੀ ਸਾਡੀ ਅਸਲ ਪਰਸਨੈਲਿਟੀ ਹਨ। ਜਿਵੇਂ ਬਾਹਰੀ ਚੰਗਾ ਲਿਬਾਸ ਮਨ ਨੂੰ ਭਾਉਂਦਾ ਹੈ, ਵੇਖਣ ਵਾਲੀਆਂ ਅੱਖੀਆਂ ਨੂੰ ਸੋਹਣਾ ਲੱਗਦਾ ਹੈ, ਇਸੇ ਹੀ ਤਰ੍ਹਾਂ ਸ਼ਬਦਾਂ ਦੀ ਪੁਸ਼ਾਕ ਜੋ ਸੱਚੀ ਸੁੱਚੀ, ਸੁਥਰੀ, ਸਾਫ਼
ਮਿੱਠੀ, ਸਿਫਤੀ, ਸਤਿਕਾਰਯੋਗ, ਪ੍ਰੇਮ ਵਾਲੀ, ਲੱਜਿਆ ਸ਼ਰਮ ਵਾਲੀ ਹੋਵੇ, ਉਹ ਸਾਡੇ ਦਿਲ ਨੂੰ ਬਹੁਤ ਹੀ ਚੰਗੀ, ਸੋਹਣੀ, ਪ੍ਰਭਾਵਸ਼ਾਲੀ ਮਹਿਸੂਸ ਹੁੰਦੀ ਹੈ ਅਤੇ ਕਾਇਨਾਤ ਵਿੱਚ ਸਾਫ਼ ਸੁਥਰਾ ਆਭਾ ਕ੍ਰੀਏਟ ਕਰਦੀ ਹੈ। ਇਸ ਲਈ ਸਾਨੂੰ ਲੋੜ ਹੈ ਆਪਣੇ ਲਫ਼ਜ਼ਾਂ ਦੇ ਲਿਬਾਸ ਵੱਲ ਧਿਆਨ ਦੇਣ ਦੀ, ਇਸ ਨੂੰ ਸਾਧਣ ਦੀ, ਆਪਣੀ ਅੰਦਰੂਨੀ ਸ਼ਖਸੀਅਤ ਨੂੰ ਨਿਖਾਰਨ ਦੀ। ਜਿੱਥੋਂ ਲਫ਼ਜ਼ ਲਿਬਾਸ ਲੈਂਦੇ ਨੇ ਆਪਣੀ ਬੋਲੀ ਸ਼ੈਲੀ ਨੂੰ ਸੁਧਾਰਨ ਦੀ, ਤਾਂ ਜੋ ਇਹ ਕਾਇਨਾਤ ਵਿਚਲਾ ਸ਼ਬਦਾਂ ਦਾ ਆਭਾ ਹੈ, ਇਸ ਨੂੰ ਸਾਫ਼ ਰੱਖਿਆ ਜਾ ਸਕੇ, ਜਿਸ ਦਾ ਅਸਰ ਸਾਡੇ ਤੇ ਸਮੁੱਚੇ ਸਮਾਜ ਤੇ ਅਗਾਂਹ ਵਧੂ ਪੀੜ੍ਹੀ ਤੇ ਨਿਖਰ ਕੇ ਉੱਭਰ ਕੇ ਆਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।